ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਮੈਂ ਅਮਰਜੀਤ ਕੌਰ ਦੁਆ ਆਪ ਜੀ ਦੇ ਨਾਲ ਬੈਂਕਾਕ ਥਾਈਲੈਂਡ ਤੋਂ ਆਈ ਹਾਂ ਅਤੇ ਸਪੈਸ਼ਲੀ ਇਸ ਇੱਕ ਓਂਕਾਰ ਇੱਕ ਪਰਮਾਤਮਾ ਦੀ ਅਸੀਂ ਸੀਰੀਜ਼ ਵਿੱਚ ਜਪਜੀ ਸਾਹਿਬ ਦੀ ਖੋਜ ਕਰ ਰਹੇ ਹਾਂ, ਸਮਝ ਰਹੇ ਹਾਂ। ਅਤੇ ਆਓ ਹੁਣ ਆਪਾਂ ਪਿਛਲੀ ਵਾਰੀ ਪੂਰਾ ਕੰਪਲੀਟ ਕਰ ਚੁੱਕੇ ਹਾਂ 38 ਬੋਡੀਜ਼। ਬਹੁਤ ਹੀ ਗਹਿਰੀ ਗੱਲਾਂ ਹੋਈਆਂ ਨੇ ਅਤੇ ਪਿਛਲੀ ਐਪੀਸੋਡ ਲਾਸਟ ਐਪੀਸੋਡ ਸੀਗਾ 38 ਥੋੜ੍ਹਾ ਅੱਛੀ ਤਰ੍ਹਾਂ ਰੀਕੈਪ ਵੀ ਕੀਤਾ ਸੀ। ਅਤੇ ਹੁਣ ਆਪਾਂ ਸਲੋਕ ਜੋ ਲਾਸਟ ਐਂਡਿੰਗ ਸਲੋਕ ਹੈ, ਪੂਰਾ ਬਿਗਨਿੰਗ ਸਲੋਕ ਜਿਹੜਾ ਸੀ ਉਹ ਤਾਂ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹ ਸੀਗਾ। ਅਤੇ ਹੁਣ ਲਾਸਟ ਸਲੋਕ ਨੂੰ ਫਿਰ ਆਪਾਂ ਰਲ ਕੇ ਪੜ੍ਹਾਂਗੇ, ਸਮਝਾਂਗੇ। ਅਤੇ ਗੁਰੂ ਨਾਨਕ ਜਿਹੜੀ ਗੱਲ ਸਾਡੇ ਨਾਲ ਸਾਂਝ ਕਰਨਾ ਚਾਹੁੰਦੇ ਨੇ ਦੁਨੀਆ ਵਿੱਚ, ਇਹ ਖੂਬਸੂਰਤ ਬਾਣੀ ਛੱਡ ਕੇ ਗਏ ਨੇ, ਉਸ ਨੂੰ ਅਸੀਂ ਖੋਜ ਕਰ ਰਹੇ ਹਾਂ। ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਿਤ, ਦਿਵਸ ਰਾਤ ਦੁਈ ਦਾਈ ਦਾਈਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰੀਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪਹਿਲਾਂ ਇਹ 2 ਲਾਈਨਸ ਨੂੰ ਆਪਾਂ ਸਮਝੇ, ਇਸ ਦੀ ਇੰਗਲਿਸ਼ ਟਰਾਂਸਲੇਸ਼ਨ ਪੜ੍ਹਾਂਗੇ। ਬ੍ਰੈਥ air is to the body what Guru is to the soul, and water the father, earth the great mother. ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਿਤ। ਇੱਥੇ ਗੁਰੂ ਸਾਨੂੰ ਆਪਣੇ ਧਰਮ ਖੰਡ ਦੇ ਵਿੱਚ ਜਿਹੜੇ 5 ਤੱਤਵ ਹੈ ਨਾ, ਉਸ ਦੀ ਕਿੰਨੀ ਲੋੜ ਪੈਂਦੀ ਇਸ ਸਰੀਰ ਵਾਸਤੇ, ਕਿਉਂਕਿ ਅਸੀਂ ਬੋਡੀ ਕੌਨਸ਼ੀਅਸ ਹੈ, ਅਸੀਂ ਆਪਣੇ ਆਪ ਨੂੰ ਸਰੀਰ ਹੀ ਸਮਝਦੇ ਹਾਂ। ਇਸ ਵਾਸਤੇ ਗੁਰੂ ਫਿਰ ਸਾਨੂੰ ਇਸ 5 ਤੱਤਵ 'ਤੇ ਧਿਆਨ ਲਿਆ ਰਹੇ ਨੇ ਕਿ ਇਹ ਹਵਾ ਜਿਹੜੀ ਹੈ ਇਸ ਨੂੰ ਗੁਰੂ ਸਮਝੋ। ਜਿਵੇਂ ਹਵਾ ਸਰੀਰ ਵਾਸਤੇ ਲੋੜ ਹੈਗਾ, ਹਵਾ ਤੋਂ ਬਿਨਾਂ ਅਸੀਂ ਸਵਾਸ ਵੀ ਨਹੀਂ ਲੈ ਸਕਦੇ, ਅਤੇ ਫਿਰ ਇਸੇ ਤਰ੍ਹਾਂ ਗੁਰੂ ਆਤਮਾ ਵਾਸਤੇ ਸਾਨੂੰ ਗੁਰੂ ਦੀ ਲੋੜ ਹੈ। ਇੱਥੇ ਗੁਰੂ ਦਾ ਮਤਲਬ ਹੈ ਉਸ ਅਕਾਲ ਪੁਰਖ ਤੱਕ ਪਹੁੰਚਣ ਵਾਸਤੇ ਸਾਨੂੰ ਬ੍ਰਹਮ ਗਿਆਨੀ ਸੱਚੀ ਗੁਰੂ ਚਾਹੀਦੀ ਹੈ, ਸਾਨੂੰ ਇਹ ਗੱਲਾਂ ਸੁਣਾਉਣ ਵਾਸਤੇ, ਜਿਸ ਦੇ ਮੁੱਖ ਰਾਹੀਂ ਅਸੀਂ ਸੁਣ ਕੇ ਆਪਣੇ ਅੰਦਰ ਮਨ ਦੀ ਅਵਸਥਾ ਬਦਲਦੀ ਹੈ। ਅਤੇ ਪਵਨ ਗੁਰੂ ਇੱਥੇ ਮਤਲਬ ਕਿ ਉਹ ਆਤਮਾ, ਜਿੰਨੀ ਹਵਾ ਜਿਸ ਤਰ੍ਹਾਂ ਲੋੜ ਹੈਗੀ ਸਰੀਰ ਨੂੰ ਗੁਰੂ, ਉਸੇ ਤਰ੍ਹਾਂ ਆਤਮਾ ਨੂੰ ਲੋੜ ਹੈਗੀ। ਪਾਣੀ ਪਿਤਾ, ਅਤੇ ਪਾਣੀ ਨੂੰ ਵੀ ਜਿਵੇਂ ਪਾਣੀ ਹੈ, ਐਂਡ ਵਾਟਰ ਦ ਫਾਦਰ, ਅਰਥ ਦ ਗ੍ਰੇਟ ਮਦਰ। ਪਾਣੀ ਹਵਾ ਤੋਂ ਬਾਅਦ ਤੇ ਅਸੀਂ ਸਮਝਾਂਗੇ ਕਿ ਪਾਣੀ ਦੀ ਵੀ ਲੋੜ ਹੈਗੀ। ਅਸੀਂ ਖਾਣਾ ਤੋਂ ਬਿਨਾਂ ਰਹਿ ਸਕਦੇ ਹਾਂ, ਪਰ ਪਾਣੀ ਤੇ ਲੋੜ ਹੈਗੀ। ਅਤੇ ਇੱਥੇ ਪਾਣੀ ਨੂੰ ਪਿਤਾ ਕਿਹਾ ਹੈ, ਅਤੇ ਇੱਥੇ ਫਿਰ ਆਪਾਂ ਕਹਾਂਗੇ ਉਸ ਪਰਮ ਪਿਤਾ ਦੀ ਲੋੜ ਹੈਗਾ ਸਾਨੂੰ। ਅਤੇ ਆਪਣੇ ਆਪ ਨੂੰ ਸਮਝਿਓ ਕਿ ਉਹ ਅਕਾਲ ਪੁਰਖ ਅਤੇ ਲਿਵਿੰਗ ਗੁਰੂ ਵੀ ਚਾਹੀਦੀ ਹੈ ਸਾਨੂੰ ਇਹ ਗਿਆਨ ਸਮਝਾਉਣ ਵਾਸਤੇ। ਪਰ ਉਸ ਨੂੰ ਅਸੀਂ ਇੱਥੇ ਗੁਰੂ ਨੇ ਜ਼ਿਕਰ ਕੀਤਾ ਕਿ ਦੁਨਿਆਵੀ ਭਾਸ਼ਾ ਦੇ ਵਿੱਚ ਅਸੀਂ ਬ੍ਰਹਮ ਗਿਆਨੀ ਸਾਧ ਨੂੰ ਗੁਰੂ ਹੀ ਕਹਿੰਦੇ ਹਾਂ, ਕਿਉਂਕਿ ਉਸ ਨੂੰ ਇੰਨੇ ਨੇੜੇ ਚਲੇ ਗਏ ਨੇ ਅਕਾਲ ਪੁਰਖ ਦੇ ਨਾਲ, ਇੰਨਾ ਸੱਚਖੰਡ ਮਤਲਬ ਕਿ ਸਰਮਖੰਡ ਕਰਦੇ ਆ ਕਰਮਖੰਡ ਤੱਕ ਤੇ ਪਹੁੰਚ ਗਏ ਨੇ, ਅਤੇ ਉਹ ਜੁੜੇ ਹੋਏ ਨੇ। ਅਤੇ ਉਹਨਾਂ ਨੂੰ ਫਿਰ ਅਸੀਂ ਗੁਰੂ ਵਰਗਾ ਹੀ ਅਕਾਲ ਪੁਰਖ ਵਰਗਾ ਹੀ, ਉਹਨਾਂ ਦੀ ਮੁਖ ਤੋਂ ਅਕਾਲ ਪੁਰਖ ਦੀ ਹੀ ਤੁਰ ਕੀ ਬਾਣੀ ਹੀ ਨਿਕਲਦੀ, ਜਿਵੇਂ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਮੁਖ ਤੋਂ ਨਿਕਲ ਰਹੀ ਹੈ। ਮਾਤਾ ਤਰਤ ਮਹਿਤ, ਅਤੇ ਧਰਤੀ ਮਾਂ ਹੈਗਾ, ਅਤੇ ਇੱਥੇ ਨਮਸਕਾਰ ਹੋ ਰਿਹਾ ਹੈ ਉਸ ਪਵਨ ਨੂੰ, ਉਸ ਪਾਣੀ ਨੂੰ, ਉਸ ਧਰਤੀ ਨੂੰ, ਜਿੱਥੋਂ ਇਹ ਸਰੀਰ, ਜਿੱਥੇ ਸਰੀਰ ਵਸ ਰਿਹਾ ਅਤੇ ਜਿਹਦੇ ਨਾਲ ਇਹ ਸਰੀਰ ਬਣਿਆ, ਜਿਹਦੇ ਵਿੱਚ ਆਤਮਾ ਵਸਦੀ ਹੈ। ਅਤੇ ਆਤਮਾ ਇਸ ਸਰੀਰ ਦੇ ਵਿੱਚ ਵਸ ਕੇ ਇਨ 5 ਤੱਤਵ ਦੇ ਦੁਨੀਆ ਦੇ ਵਿੱਚ ਵੀ ਵਸ ਰਹੀ ਹੈ। ਅਤੇ ਉਹ ਸਾਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ।
ਤੇ ਹੋਰ ਕੀ ਚੱਲ ਰਿਹਾ ਇਸ ਧਰਮ ਖੰਡ ਵਿੱਚ। ਫਿਰ ਉਹ ਵਡਿਆਈ ਜ਼ਿਕਰ ਕਰ ਰਹੇ ਨੇ, ਕਿਉਂਕਿ ਆਤਮਾ ਨੂੰ ਇਹ ਮਤਲਬ ਖੇਡ ਵਿੱਚ ਆਉਣ ਦਾ ਇਹ ਸਾਰੇ ਸਹਾਇਤਾ ਹੈ। ਮਤਲਬ ਇਸ ਤੋਂ ਬਿਨਾਂ, ਪੰਜ ਤੱਤਵ ਤੋਂ ਬਿਨਾਂ ਤੇ ਮੈਂ ਸਰੀਰ ਹੀ ਨਹੀਂ ਹਾਂ ਤੇ ਖੇਡ ਹੀ ਨਹੀਂ ਹੈ। ਧਰਮਸ਼ਾਲ ਦੀ ਜਿਹੜੀ ਧਰਤੀ ਹੈ ਤੇ ਇਸ ਸਰੀਰ ਦੀ ਜਿਹੜੀ ਪੰਜ ਤੱਤਵ, ਇਸ ਦੀ ਅਹਿਮੀਅਤ ਬੜੀ ਵੱਡੀ ਹੈ, ਕਿਉਂਕਿ ਇਹ ਖੇਡ ਹੀ ਬਣਿਆ ਇਸੇ ਕਰਕੇ। ਨਹੀਂ ਤੇ ਅਸੀਂ ਆਤਮਾ ਪਰਮਧਾਮ ਵਿੱਚ ਹੀ ਰਹਿ ਜਾਂਦੇ, ਨਾ ਕੁਛ ਖੇਡ ਨਾ ਕੁਛ, ਅਤੇ ਫਿਰ ਉਹ ਮਜ਼ਾ ਕਿਵੇਂ ਆਉਣਾ ਸੀ। ਜਿਵੇਂ ਸਾਨੂੰ ਡਰਾਮਾ ਵੇਖਣਾ ਪਸੰਦ ਹੈ, ਇਸੇ ਤਰ੍ਹਾਂ ਅਸੀਂ ਧਰਤੀ 'ਤੇ ਆ ਕੇ ਖੇਡ ਖੇਡਣਾ ਪਸੰਦ ਕਰਦੇ ਹਾਂ। ਆਤਮਾ ਨੂੰ ਪਸੰਦ ਹੈਗਾ, ਅਸੀਂ ਭੁੱਲ ਚੁੱਕੇ ਹਾਂ। ਇਸ ਵੇਲੇ ਤਾਂ ਅਸੀਂ ਉਸ ਹੱਦ ਤੱਕ ਪਹੁੰਚ ਗਏ ਹਾਂ ਕਿ ਅਸੀਂ ਮਤਲਬ ਕਿ ਅਨਹੈਪੀ ਹੋ ਗਏ ਹਾਂ, ਸੈਡ ਹੋ ਗਏ ਹਾਂ, ਖਾਲੀ ਹੋ ਗਏ ਹਾਂ, ਅਤੇ ਇਸ ਵਾਸਤੇ ਅਸੀਂ ਸਮਝਦੇ ਹਾਂ ਸਾਨੂੰ ਨਹੀਂ ਪਸੰਦ ਇੱਥੇ ਖੇਡ ਖੇਡਣਾ, ਵਾਪਸ ਜਾਣਾ ਹੈ। ਉਹ ਜਿਵੇਂ ਬੱਚਾ ਖੇਡਦਾ ਅਤੇ ਮਾਂ ਬੋਲੀ ਜਾਵੇ ਅੰਦਰ ਆ ਨਹੀਂ, ਖਾਣਾ ਖਾ ਲੈ, ਰੈਸਟ ਕਰ ਲੈ, ਨਾ ਤੋ ਅੰਦਰ ਆ ਨਹੀਂ, ਉਹ ਆਏਗਾ ਕੋਈ ਨਹੀਂ। ਜਿੰਨਾ ਚਿਰ ਉਹ ਡਿੱਗੇਗਾ ਨਹੀਂ, ਉਹਦਾ ਗੋਡੇ 'ਤੇ ਸੱਟ ਨਹੀਂ ਪਏਗਾ, ਉਹ ਫਿਰ ਵਾਪਸ ਆਉਂਦਾ ਨਹੀਂ। ਅਤੇ ਜਦੋਂ ਗਿਰਦਾ ਜਾਂ ਸੱਟ ਪੈਂਦੀ ਜਾਂ ਭੁੱਖ ਲੱਗਦੀ, ਫਿਰ ਵਾਪਸ ਆਉਂਦਾ। ਇਸੇ ਤਰ੍ਹਾਂ ਅਸੀਂ ਵੀ ਬੱਚਿਆਂ ਵਰਗਾ ਢੀਠ ਹੈਗਾ, ਖੇਡਦਿਆਂ ਅਸੀਂ ਵੀ ਇੰਨਾ ਰੁੱਝ ਗਏ ਹਾਂ, ਮਸਤ ਹੋ ਗਏ ਹਾਂ। ਪਹਿਲਾਂ ਬੜੀ ਮਸਤ ਨਾਲ ਖੇਡਿਆ ਸੀ ਸਤਯੁਗ ਤ੍ਰੇਤਾ ਵਿੱਚ, ਮਸਤੀ ਦੇ ਨਾਲ, ਅਤੇ ਫਿਰ ਖੇਡਦੇ ਅਸੀਂ ਫਿਰ ਗਿਰ ਗਏ ਹਾਂ। ਫਿਰ ਥੋੜ੍ਹਾ ਸ਼ਕਤੀ ਹੈ ਸੀ ਅਤੇ ਜਿਉ ਰਹੇ ਸਾਂ। ਦੁਆਪਰ ਵਿੱਚ ਕਲਯੁਗ ਹੁਣ ਅੰਤ ਤੱਕ ਪਹੁੰਚ ਗਿਆ, ਅਤੇ ਅਸੀਂ ਕਹਿੰਦੇ ਅਸੀਂ ਥੱਕ ਗਏ, ਅਸੀਂ ਘਰ ਵਾਪਸ ਜਾਣਾ ਹੈ। ਅਤੇ ਇਹ ਨਾ ਸਮਝਿਓ ਕਿ ਪਹਿਲਾਂ ਅਸੀਂ ਮਜ਼ਾ ਨਹੀਂ ਸੀ ਲਿਆ, ਬਹੁਤ ਮਜ਼ਾ ਲਿਆ ਜ਼ਿੰਦਗੀ ਦਾ। ਬਸ ਹੁਣ ਘਰ ਜਾਣ ਦਾ ਟਾਈਮ ਆ ਗਿਆ, ਇਸ ਵਾਸਤੇ ਅਸੀਂ ਫੀਲ ਕਰਨੇ ਹਾਂ ਕਿ ਬਸ ਹੋ ਗਈ। ਸੱਚ ਵਿੱਚ ਆਤਮਾ ਬੜੀ ਬੁੱਢੀ ਹੋ ਗਈ ਹੈ। ਭਾਵੇਂ ਸਰੀਰ ਕਿਸੇ ਦਾ ਜਵਾਨ ਵੀ ਹੋ, 20 ਸਾਲ ਦਾ ਹੋ, 5 ਸਾਲ ਦਾ ਹੋ, 3 ਸਾਲ ਦਾ ਹੋ, 30 ਸਾਲ ਦਾ ਹੋ, 80 ਸਾਲ ਦਾ ਹੋ, ਸਰੀਰ ਦਾ ਕੋਈ ਅਹਿਮੀਅਤ ਨਹੀਂ। ਮਤਲਬ ਆਤਮਾ ਦੀ ਮੈਂ ਗੱਲ ਕਰ ਰਹੀ ਹਾਂ। ਆਤਮਾ ਬੁੱਢੀ ਹੋ ਗਈ, ਜਵਾਨੀ ਸਰੀਰ ਵਿੱਚ ਵੀ ਆਤਮਾ ਬੁੱਢੀ ਹੋ ਗਈ, ਕਿਉਂਕਿ ਬਹੁਤ ਜਨਮ ਲੈ ਚੁੱਕੀ ਹੈ ਅਤੇ ਹੁਣ ਅਸੀਂ ਸਾਰੇ ਵਾਪਸ ਜਾਣਾ ਚਾਹੁੰਦੇ ਹਾਂ। ਅਤੇ ਗੁਰੂ ਫਿਰ ਉਸ ਪੰਜ ਤੱਤਵ ਦੇ ਵਿੱਚ ਅਸੀਂ ਖੇਡ ਜੋ ਖੇਡਣ ਆਇਆ ਉਸ ਦੀ ਗੱਲ ਕਰ ਰਹੇ ਨੇ, ਅਤੇ ਇਸ ਦੇ ਉੱਤੇ ਉੱਠਣ ਵਾਸਤੇ, ਇਸ ਅਕਾਲ ਪੁਰਖ ਨੂੰ ਯਾਦ ਕਰਨ ਵਾਸਤੇ ਉਹੀਓ ਪੰਜ ਤੱਤਵਾਂ ਨੂੰ ਲੈ ਕੇ ਗਿਆਨ ਦੇ ਰਹੇ ਨੇ ਕਿ ਇਹ ਹਵਾ ਗੁਰੂ ਹੈ, ਅਤੇ ਪਾਣੀ ਸਾਡੇ ਵਿੱਚ ਜਿਹੜਾ ਪਾਣੀ, ਬਾਹਰ ਜਿਹੜਾ ਪਾਣੀ ਦਿਖਦਾ ਹੈ ਉਹ ਪਰਮ ਪਿਤਾ ਹੈ, ਅਤੇ ਮਾਤਾ ਤਰਤ ਮਹਿਤ, ਅਤੇ ਉਹ ਤੂੰ ਹੀ ਮਾਤਾ, ਤੂੰ ਹੀ ਗੁਰੂ, ਤੂੰ ਹੀ ਪਿਤਾ, ਤੂੰ ਹੀ ਸਭ ਕੁਛ। ਅਤੇ ਧਰਤੀ ਮਤਲਬ ਇਹਨਾਂ ਚੀਜ਼ਾਂ ਨੂੰ ਦੇਖ ਕੇ ਉਹ ਯਾਦ ਆਵੇ ਜਿਸ ਨੇ ਇੱਕ ਕੁਦਰਤ ਬਣਾਈ ਹੈ। ਦਿਵਸ ਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗਤ, ਕਿਉਂਕਿ ਸਾਰਾ ਜਗਤ ਵਿੱਚ ਤੇਰੀ ਖੇਡ ਚੱਲ ਰਹੀ ਹੈ। Day and night is like the male and female nurses in whose lap the entire world is at play. In that play at night we fall asleep and then wake up and are routinely at work in the day. Divas rose raat dui dai daya. ਤੇ ਦਿਨ ਰਾਤ ਇਹ ਖੇਡ ਚੱਲਦੀ ਹੈ। ਦਿਨ ਆਉਂਦੀ ਹੈ ਅਤੇ ਰਾਤ, ਪਹਿਲਾਂ ਦਿਨ ਫਿਰ ਰਾਤ, ਫਿਰ ਦਿਨ ਫਿਰ ਰਾਤ, ਇਹ ਚੱਲ ਰਿਹਾ ਖੇਡ। ਅਤੇ ਸਤਯੁਗ, ਫਿਰ ਦੁਆਪਰ, ਫਿਰ ਕਲਯੁਗ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਇਹ ਚੱਲ ਰਿਹਾ ਖੇਡ। ਦਿਨ ਰਾਤ ਜਨਵਰੀ ਫੈਬਰੀ ਇਹ ਵਕਤ ਚੱਲ ਰਿਹਾ। ਅਤੇ ਗੁਰੂ ਕਹਿੰਦੇ ਨੇ ਇੱਥੇ ਦਾਈ ਦਇਆ ਦੁਨੀਆ ਦੇ ਵਿੱਚ ਇਹ ਦਿਨ ਰਾਤ ਜਿਹੜੀ ਹੈ ਇਹ ਜਿਵੇਂ ਕਿ ਸਾਡੇ ਨਰਸ ਨੇ, ਸਾਨੂੰ ਪਾਲਣ ਵਾਲੇ ਨੇ। ਅਸੀਂ ਆਤਮਾ ਇਸ ਪੰਜ ਤੱਤ ਵਿੱਚ ਆ ਕੇ ਇਹ ਦਿਨ ਰਾਤ ਦੀ ਘੜੀ ਜਿਹੜੀ ਚੱਲਦੀ ਪਈ ਹੈ ਇਹ ਸਾਨੂੰ ਪਾਲਦੀ ਪਈ ਹੈ। ਸਾਡੀ ਮਤਲਬ ਜਵਾਨੀ ਤੋਂ ਬੁਢਾਪੇ ਦੀ ਇਹ ਧਿਆਨ ਰੱਖ ਰਹੀ ਹੈ, ਕਿਉਂਕਿ ਅਸੀਂ ਜਵਾਨੀ ਵਿੱਚ ਆਏ ਸਾਂ, ਆਤਮਾ ਦੀ ਜਵਾਨੀ ਵਿੱਚ ਆਏ ਸਾਂ ਸਤਯੁਗ ਵਿੱਚ, ਅਤੇ ਫਿਰ ਉਹ ਘੜੀ ਚੱਲਦੇ ਸਾਈਕਲ ਆਫ ਟਾਈਮ ਚੱਲਦੇ ਅਸੀਂ ਬੁਢਾਪੇ ਵਿੱਚ ਆ ਗਿਆ। ਅਤੇ ਹੁਣ ਉਹ ਸਾਡੀ ਨਰਸ, ਜਵਾਨੀ ਵਿੱਚ ਵੀ ਨਰਸ ਚਾਹੀਦੀ, ਬੁਢਾਪੇ ਵਿੱਚ ਵੀ ਨਰਸ ਚਾਹੀਦੀ, ਅਤੇ ਉਹ ਚੱਲਦੇ ਦਿਨ ਰਾਤ ਦੇ ਚੱਕਰ ਵਿੱਚ ਚੱਲਦੇ ਆਤਮਾ ਉਸ ਅਵਸਥਾ ਤੱਕ, ਬੁਢਾਪਾ ਤੱਕ ਪਹੁੰਚ ਗਿਆ।
ਤੇ ਹਾਲੀ ਵੀ ਇਹ ਵਕਤ ਸਾਨੂੰ ਧਿਆਨ ਦੇ ਰਿਹਾ ਹੈ, ਸਾਡੀ ਦੁਵਿਧਾਈਆ ਹੈ ਤੇ ਖੇਲੇ ਸਗਲ ਤੇ ਇਸ ਤਰ੍ਹਾਂ ਖੇਡ ਚੱਲ ਰਿਹਾ। ਇਨ ਦੈਟ ਪਲੇ at night we fall asleep and then wake up and are routinely at work in the day। ਇਹ ਖੇਡ ਚੱਲ ਰਿਹਾ ਸਗਲ ਜਗਤ ਦੇ ਵਿੱਚ, ਉੱਠਦੇ ਹਾਂ, ਸੌਂਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਖੇਡ ਕੇ ਇਹ ਕਦੋਂ ਦੇ ਕਰ ਰਹੇ ਹਾਂ। ਅਤੇ ਇਸ ਵਾਸਤੇ ਇੱਥੇ ਸਾਰਾ ਕੁਛ ਯਾਦ ਕਰ ਰਹੇ ਨੇ ਗੁਰੂ ਕੀ ਅਸੀਂ ਕਰ ਰਹੇ ਹਾਂ ਅਤੇ ਇਹ ਮਸਤ ਦੇ ਵਿੱਚ ਚੱਲ ਰਿਹਾ। ਆਪਾਂ ਅਗਾਂਹ ਪੜ੍ਹਨੇ ਹਾਂ। ਚੰਗਿਆਈਆਂ ਬੁਰੀਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇੱਥੇ ਫਿਰ ਗੁਰੂ ਜੀ ਨੇ ਇਸ ਸ਼ਲੋਕ ਵਿੱਚ ਪੂਰੀ ਗਿਆਨ ਰੀਕੈਪ ਕੀਤਾ, ਪੂਰੀ ਆਪਣੀ ਰੂਹਾਨੀਅਤ ਯਾਤਰਾ ਪੂਰਾ, ਕਿਉਂਕਿ ਇੱਥੇ ਉਹ ਪਹੁੰਚ ਗਿਆ ਪਹਿਲਾਂ ਦੁਵਿਧਾ ਸਾਡਾ ਧਿਆਨ ਰੱਖ ਰਿਹਾ, ਦੁਨੀਆ ਚੱਲ ਰਹੀ। ਹੁਣ ਕੀ ਹੈ, ਵਾਪਸ ਜਾਣ ਦਾ ਟਾਈਮ ਆ ਗਿਆ। ਵਾਪਸ ਜਾਵਾਂ ਕਿਹਦੇ ਸਾਹਮਣੇ ਕਰਨਾ ਪਏਗਾ? ਧਰਮ ਰਾਜ ਦੇ ਸਾਹਮਣੇ। ਅਤੇ ਚੰਗਿਆਈਆਂ ਬੁਰੀਆਂ ਅਸੀਂ ਜੋ ਅੱਛੇ ਕੀਤੇ ਜਾਂ ਬੁਰਾ ਕੀਤਾ ਉਹ ਤਾਂ ਸੁਣਨ ਨੂੰ ਮਿਲੇਗਾ। ਵਾਚੇ ਧਰਮ ਹਦੂਰ, ਉਹ ਪੜ੍ਹਨਗੇ ਸਾਡੇ ਖਾਤਾ, ਮਤਲਬ ਸਾਡੀ ਆਤਮਾ ਨੂੰ ਉਹ ਦਿਖਾਈ ਦੇਗੀ ਕਿ ਮੈਂ ਕੀ ਕਰਮ ਚੰਗਾ ਕੀਤਾ ਸੀ, ਕੀ ਭੈੜਾ ਕਰਮ ਕੀਤਾ ਸੀ। In the Almighty's presence, the accounts of one's deeds, good and bad, are held sequenced, and in accordance one is near God or far from Him। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅਤੇ ਉਸ ਦੇ ਸਾਹਮਣੇ, ਉਸ ਧਰਮ ਰਾਜ ਦੇ ਸਾਹਮਣੇ ਜਦੋਂ ਅਸੀਂ ਆਵਾਂਗੇ ਅਤੇ ਉਹ ਪੜ੍ਹਨਗੇ ਸਾਡੀ ਚੰਗਿਆਈਆਂ ਬੁਰੀਆਈਆਂ, ਜਿਹੜਾ ਚਿੱਤਰਗੁਪਤ ਨੇ ਲਿਖਿਆ, ਮਤਲਬ ਸਾਡੀ ਆਤਮਾ ਨੇ ਖੁਦ ਸਾਰਾ ਰਿਕਾਰਡ ਕੀਤਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਫਿਰ ਉਸ ਹਿਸਾਬ ਨਾਲ ਅਸੀਂ ਉਸ ਦੇ ਕੋਲ ਨੇੜੇ ਜਾਂ ਦੂਰ ਟਿਕਾਂਗੇ ਉਸ ਪਰਮ ਧਾਮ ਵਿੱਚ। ਇਹ ਵੀ ਬਹੁਤ ਵੱਡੀ ਗਿਆਨ ਸਾਨੂੰ ਮਿਲਦੀ ਹੈ ਕਿ ਪਰਮ ਧਾਮ ਵਿੱਚ ਆਤਮਾएं ਕਿਸ ਤਰ੍ਹਾਂ ਟਿਕਦੇ ਨੇ ਅਕਾਲ ਪੁਰਖ ਉੱਤੇ। ਅਤੇ ਜਿਹੜੇ ਫਸਟ ਸੈਕਿੰਡ ਆਉਂਦੇ ਨੇ ਉਹ ਫਿਰ ਉਹ 8 ਰਤਨ, ਫਿਰ 108, ਫਿਰ 16,000 ਅਤੇ ਇਸ ਤਰ੍ਹਾਂ 9 ਲੱਖ, ਅਤੇ ਫਿਰ 5 ਧਰਮ, ਅਤੇ ਫਿਰ ਸਾਰੀ ਦੁਨੀਆ। ਅਤੇ ਅਸੀਂ ਮਤਲਬ ਕਿ 33 ਕਰੋੜ ਵੀ ਦੇਵੀ ਦੇਵਤਾ ਨੇ ਜੋ ਸਤਯੁਗ ਵਿੱਚ ਆਉਂਦੇ ਨੇ, ਉਹ ਵੀ ਹੈਗਾ ਨੇ। ਅਤੇ ਪਰਮ ਧਾਮ ਦਾ ਖੂਬਸੂਰਤ ਨਜ਼ਾਰਾ ਹੈ। ਹੁਣ ਕੌਣ ਅਕਾਲ ਪੁਰਖ ਦੇ ਨੇੜੇ ਬੈਠੇਗਾ ਉੱਥੇ, ਉਹ ਕੌਣ ਆਏਗਾ, ਮਤਲਬ ਕਿ ਨੇੜੇ ਕੇ ਦੂਰ, ਉਸ ਦੇ ਨੇੜੇ ਉਸ ਤੋਂ ਦੂਰ ਕੌਣ ਹੋਏਗੀ? ਉਹ ਇੱਕ ਹਸਤੀ ਦੀ ਗੱਲ ਹੈ। ਪਰ ਇੱਥੇ ਵੀ ਆਪਣੇ ਕਰਮ ਦੇ ਹਿਸਾਬ ਨਾਲ ਅਸੀਂ ਉਸ ਦੇ ਨੇੜੇ ਜਾਂ ਦੂਰ ਹੋਵਾਂਗੇ। ਜੇ ਅਸੀਂ ਉਸ ਨੂੰ ਧਿਆਨ ਰੱਖਾਂਗੇ, ਉਸ ਨੂੰ ਨੇੜੇ ਮਹਿਸੂਸ ਕਰਾਂਗੇ ਅਤੇ ਸਾਡੇ ਕਰਮ ਅੱਛੇ ਹੋਣਗੇ। ਅਤੇ ਉਲਟਾ ਜੇ ਸਾਡੇ ਕਰਮ ਅੱਛੇ ਹੋਣਗੇ ਫਿਰ ਉਸੇ ਕਰਮ ਦੇ ਹਿਸਾਬ ਨਾਲ ਅਸੀਂ ਉਸ ਦੇ ਨੇੜੇ ਹੋਵਾਂਗੇ। ਬੈਕ ਐਂਡ ਫੋਰਥ ਉਸ ਨੂੰ ਯਾਦ ਕਰਾਂਗੇ ਤਾਂ ਕਿ ਸਾਡੇ ਕਰਮ ਅੱਛੇ ਹੋਣ। ਸਾਡੇ ਕਰਮ ਅੱਛੇ ਹੋਣ ਅਤੇ ਫਿਰ ਅਸੀਂ ਉਸ ਨੂੰ ਹੋਰ ਨਜ਼ਦੀਕੀ ਨਾਲ ਪਾਵਾਂਗੇ, ਹੋਰ ਉਸ ਦੇ ਕਰੀਬ ਆ ਜਾਵਾਂਗੇ। ਅਤੇ ਇਹ ਇੰਟਰਕਨੈਕਟਡ ਹੈ। ਸਾਡੀ ਸ਼ਰਮ, ਸਾਡੀ ਸਪਿਰਿਚੁਅਲ ਐਫਰਟ, ਇਸ ਨੂੰ ਅਸੀਂ ਜਿੰਨਾ ਵਧਾਵਾਂਗੇ ਓਨਾ ਅਸੀਂ ਨੇੜੇ ਹੋਵਾਂਗੇ, ਓਨਾ ਅਸੀਂ ਨਿਹਾਲ ਪਾਵਾਂਗੇ, ਉਸ ਦੀ ਕਦਰ ਪਾਵਾਂਗੇ, ਉਸ ਦੀ ਨਦਰ ਪਾਵਾਂਗੇ। ਅਤੇ ਇਹ ਆਪਣੇ ਕਰਮ ਉੱਤੇ, ਅਤੇ ਕਰਮ ਕੀ ਹੈ? ਸਾਡੀ ਬਾਹਰਲੀ ਐਕਸ਼ਨ ਰਿਜ਼ਲਟ ਹੈਗਾ, ਪਰ ਜੋ ਅਸੀਂ ਮਨ ਵਿੱਚ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਸਾਡੀ ਇੰਟੈਂਸ਼ਨ ਹੈ, ਅਤੇ ਉਹੀਓ ਫਿਰ ਨਿਕਲਦੀ ਹੈ ਕਰਮ ਵਿੱਚ। ਇਹ ਹੈਂਡਸ ਦੇ ਰਾਹੀਂ, ਮੁੱਖ ਦੇ ਰਾਹੀਂ ਜੋ ਨਿਕਲਦੀ ਹੈ, ਬਾਅਦ ਵਿੱਚ ਅੰਦਰ ਜੋ ਚੱਲਦੀ ਹੈ, ਜੋ ਥੋਟਸ, ਜੋ ਫੀਲਿੰਗਸ, ਜੋ ਇੰਪ੍ਰੈਸ਼ਨਸ, ਅਸੀਂ ਕਿਸੇ ਨੂੰ ਦੇਖਿਆ, ਜੱਜ ਕਰਨਾ, ਉਹ ਇਹ ਸਾਰਾ ਅੰਦਰ ਚੱਲ ਰਿਹਾ, ਇਹ ਕਰਮ ਬਣ ਕੇ ਨਿਕਲਦੀ ਹੈ। ਇਸ ਵਾਸਤੇ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿ ਅੰਦਰ ਕੀ ਚੱਲ ਰਿਹਾ ਮਨ ਦੇ ਵਿੱਚ। ਅਤੇ ਇਹ ਅਵੇਅਰਨੈਸ ਅਤੇ ਅਵੇਕਨਿੰਗ ਵੀ ਅਸੀਂ ਜਿੰਨਾ ਮਰਜ਼ੀ ਲਿਖੀਏ, ਉਹ ਕਰੀਏ, ਗੌਰ ਵਿਚਾਰ ਕੇ ਅਸੀਂ ਦੁੱਖ ਵਿੱਚ ਚਲੇ ਜਾਵਾਂਗੇ ਜੇ ਅਸੀਂ ਅਕਾਲ ਪੁਰਖ ਦੇ ਨਾਲ ਗੋਬਿੰਦ ਮਿਲਨ ਨਹੀਂ ਕਰਾਂਗੇ। ਮੈਂ ਐਕਸਪੀਰੀਅੰਸ ਕੀਤਾ, ਜਿੰਨਾ ਅਸੀਂ ਆਪਣੇ ਆਪ ਨੂੰ ਮਤਲਬ ਗਲਤ ਵੇਖ ਹੀ ਨਹੀਂ ਸਕਦਾ। ਕਈ ਵਾਰੀ ਅਸੀਂ ਦੇਖਦੇ ਹਾਂ ਪੁੱਤਰ ਪਿਓ ਦੇ ਨਾਲ ਨਾਰਾਜ਼ ਨੇ ਅਤੇ ਘਰ ਵਿੱਚ ਮਤਲਬ ਕਿ ਇੱਥੇ ਤੱਕ ਲੜਾਈ ਹੁੰਦੀ ਹੈ ਕਿ ਕੋਰਟਸ ਤੱਕ ਜਾਂਦੇ ਨੇ ਸਾਰੇ, ਕਿ ਕੋਰਟਸ ਵਿੱਚ ਲੜਾਈ ਕਰ ਰਹੇ ਨੇ ਪੈਸਾ ਪਿੱਛੇ।
ਇਹ ਕਰਮ ਹੈ ਸਾਡੀ, ਮਤਲਬ ਇਸ ਹੱਦ ਤੱਕ ਕਿੱਥੇ ਪਹੁੰਚ ਕੇ, ਕਿਵੇਂ ਅਸੀਂ ਪਹੁੰਚ ਗਏ ਹਾਂ। ਇਹ ਕਰਮ ਸਾਡੇ ਕਿਉਂ ਨੇ, ਸਾਨੂੰ ਕਿਉਂ ਕਰ ਰਿਹਾ ਸੀ, ਕਿਉਂਕਿ ਅਸੀਂ ਆਪਣੇ ਆਪ ਨੂੰ ਠੀਕ ਸਮਝ ਰਹੇ ਹਾਂ। ਉਹ ਪੁੱਤਰ ਵੀ ਸਮਝ ਰਿਹਾ ਉਹ ਠੀਕ ਹੈ ਤਾਂ ਲੜਾਈ ਕਰ ਰਿਹਾ ਪਿਓ ਦੇ ਨਾਲ, ਅਤੇ ਪਿਓ ਵੀ ਸਮਝਦਾ ਮੈਂ ਠੀਕ ਹਾਂ ਤਾਂ ਲੜਾਈ ਕਰ ਰਿਹਾ ਪੁੱਤਰ ਦੇ ਨਾਲ। ਦੋਵੇਂ ਦੇ ਇੱਥੇ ਹਉਮੈ ਬਹੁਤ ਹੈ। ਹਾਂ, ਪੁੱਤਰ ਦਾ ਅਤੇ ਪਿਓ ਦਾ ਕਹਿਣਾ ਮੰਨਣਾ ਉਹ ਅਲੱਗ ਗੱਲ ਹੈ ਕਿ ਜੋ ਵੱਡਾ ਹੈ ਉਸਦੀ ਇੱਜ਼ਤ ਕਰਨੀ ਚਾਹੀਦੀ ਹੈ, ਪਰ ਆਪਾਂ ਵੀ ਆਪਣੇ ਆਪ ਨੂੰ ਦੇਖਣਾ ਕਿ ਮੈਂ ਪਿਆਰ ਕਿੰਨਾ ਕੁ ਦੇ ਰਿਹਾ, ਅਤੇ ਉਹ ਪਿਆਰ ਸਾਡੀ ਆਪਣੀ ਖੋਜ ਹੈਗਾ। ਅਤੇ ਮੈਂ ਗੱਲ ਕਰ ਰਹੀ ਸਾਂ ਕਿ ਇੱਥੇ ਸ਼ਕਤੀ ਖੋ ਬੈਠੇ ਹਾਂ, ਜਿਹੜਾ ਕਿ ਅਸੀਂ ਖੁਦ ਨੂੰ ਅਵੇਅਰ ਅਤੇ ਅਵੇਕ ਨਹੀਂ ਹਾਂ, ਅਤੇ ਅਸੀਂ ਸਮਝਦੇ ਹਾਂ ਅਸੀਂ ਸਹੀ ਹਾਂ। ਜਦੋਂ ਰੱਬੀ ਰਾਹ 'ਤੇ ਟੁਰਾਂਗੇ ਫਿਰ ਸਾਨੂੰ ਪਤਾ ਲੱਗਦਾ ਚੰਗਾ ਕੀ ਹੈ ਅਤੇ ਚੰਗਿਆਈ ਅਤੇ ਬੁਰਿਆਈ ਦਾ ਪਤਾ ਲੱਗਦਾ। ਪਹਿਲਾਂ ਮੈਂ ਵੀ ਬਹੁਤ ਸਾਰੇ ਮੈਨੂੰ ਕਹਿੰਦੇ ਸਨ ਤੂੰ ਬੜੀ ਸਟਰੋਂਗ ਹੈ, ਜਾਂ ਬਹੁਤ ਜੋ ਵੀ ਮੇਰੀ ਗਲਤੀਆਂ ਸਨ, ਬਾਹਰਲੀ ਤੌਰ 'ਤੇ ਵੈਰੀ ਫਾਸਟ, ਕਿਸੇ ਦਾ ਜ਼ਿਆਦਾ ਧਿਆਨ ਨਹੀਂ ਕਰਨਾ। ਸ਼ਾਇਦ ਮੈਂ ਇੰਟੈਂਸ਼ਨ ਮੇਰਾ ਹਮੇਸ਼ਾ ਪਿਆਰ ਸੀ, ਸਾਰਿਆਂ ਨੂੰ ਮੈਂ ਸ਼ੁਰੂ ਤੋਂ ਬਹੁਤ ਪਿਆਰ ਕਰਦੀ ਸਾਂ, ਪਰ ਫਿਰ ਵੀ ਗਲਤੀਆਂ ਤਾਂ ਹੁੰਦੀਆਂ ਨੇ। ਪਰ ਇਹ ਕੀ ਹੈ, ਜਦੋਂ ਮੈਂ ਅਕਾਲ ਪੁਰਖ ਨਾਲ ਮਿਲਣਾ ਸ਼ੁਰੂ ਕੀਤਾ, ਆਪਣੇ ਅੰਮ੍ਰਿਤ ਵੇਲਾ ਇਹ ਸਿਮਰਨ ਕਰਨ ਲੱਗ ਪਏ, ਅਤੇ ਮੈਂ ਜੋਤੀ ਬਿੰਦੂ ਤੂੰ ਜੋਤੀ ਬਿੰਦੂ ਇਸ ਦੀ ਗਿਆਨ ਮੈਨੂੰ ਸਮਝ ਵਿੱਚ ਆ ਗਈ, ਅਤੇ ਅਸੀਂ ਉਹ ਮਿਲਨ ਕਰ ਰਹੇ ਹਾਂ ਜਿਵੇਂ ਹੁਣ ਆਪਾਂ ਕਰ ਰਹੇ ਹਾਂ। ਮੈਂ ਆਤਮਾ ਤੂੰ ਪਰਮਾਤਮਾ, ਗਿਆਨ ਲੈਂਦਿਆਂ ਗਿਆਨ ਬੋਲਦਿਆਂ ਕਰ ਲਈਏ, ਨਾਲ ਹੋ ਜਾਈਏ ਮਿਲਨ, ਕਿਉਂ ਨਹੀਂ। ਇਹ ਕਰਨ ਦੇ ਨਾਲ ਮੇਰੀ ਅੰਦਰ ਦੀ ਅੱਖ ਖੁੱਲੀ। ਅਕਾਲ ਪੁਰਖ ਨੂੰ ਵੇਖਣ ਦੀ ਇੱਕ ਸ਼ਕਤੀ ਹੈ, ਅਤੇ ਆਪਣੇ ਗਲਤੀਆਂ ਨੂੰ ਵੇਖਣ ਦੀ ਵੀ। ਫਿਰ ਉਹ ਪਹਿਲਾਂ ਜੇ ਮੈਨੂੰ ਲੱਗੇ ਮੈਂ ਗਲਤ ਕੀਤਾ ਅਤੇ ਮੈਨੂੰ ਫੀਲ ਹੁੰਦਾ ਸੀ ਹਾਈ ਮੈਂ ਇਸ ਤਰ੍ਹਾਂ ਕਿਉਂ ਹੈ। ਆਪਣੇ ਆਪ ਨੂੰ ਕਈ ਵਾਰੀ ਅਸੀਂ ਬੁਲਾ ਭਲਾ ਵੀ ਕਹਿੰਦੇ, ਕਈ ਵਾਰੀ ਅਸੀਂ ਸਮਝਦੇ ਅਸੀਂ ਠੀਕ ਹਾਂ, ਉਹ ਮੈਨੂੰ ਗਲਤ ਵੇਖ ਰਿਹਾ, ਅਤੇ ਕਈ ਵਾਰੀ ਅਸੀਂ ਗਿਰ ਜਾਂਦੇ ਹਾਂ ਦੁੱਖ ਵਿੱਚ ਕਿ ਹਾਈ ਮੈਂ ਇੰਨਾ ਬੁਰਾ ਹੈ। ਇਹ ਦੋਵੇਂ ਅਵਸਥਾ ਗਲਤ ਨੇ, ਮਤਲਬ ਕਿ ਸਹੀ ਉਸ ਰੱਬੀ ਰਾਹ ਨਹੀਂ ਹੈ। ਰੱਬੀ ਰਾਹ ਹੈ ਜਦੋਂ ਅਸੀਂ ਆਪਣੇ ਆਪ ਨੂੰ ਗਲਤ ਵੇਖ ਕੇ ਖੁਸ਼ ਹੁੰਦੇ ਹਾਂ ਕਿ ਹੁਣ ਮੈਨੂੰ ਸ਼ੁਕਰ ਹੈ, ਮੈਨੂੰ ਨਜ਼ਰ ਆ ਗਿਆ ਕਿ ਮੈਂ ਗਲਤ ਹਾਂ, ਅਤੇ ਮੈਂ ਉਸ ਨੂੰ ਮਿਲ ਕੇ ਉਸ ਨੂੰ ਦੇ ਸਕਦੀ ਹਾਂ। ਹੁਣ ਮੈਨੂੰ ਜਦੋਂ ਆਪਣੀ ਗਲਤੀਆਂ ਨਜ਼ਰ ਆਉਂਦੇ, ਮੈਂ ਥੋੜ੍ਹਾ ਆਇਆ ਉਹ ਕਿਉਂ ਮੈਂ ਇਹ ਕੀਤਾ, ਚਲੋ ਕੋਈ ਗੱਲ ਨਹੀਂ, ਹੋ ਗਿਆ। ਅਕਾਲ ਪੁਰਖ ਨੂੰ ਮਿਲ ਕੇ ਉਸ 'ਤੇ ਸੁੱਟਣਾ ਮੇਰੀ ਇਹ ਜਿਹੜੀ ਮੇਰੀ ਕੈਰੈਕਟਰ ਹੈ, ਇਹ ਜਿਹੜੀ ਮੇਰੀ ਬੁਰੀ ਆਦਤ ਹੈ, ਅਕਾਲ ਪੁਰਖ ਨੂੰ ਦੇਣੀ। ਆਦਤ ਕੱਢਣ ਦਾ ਟਾਈਮ ਲੱਗਦਾ, ਅਕਾਲ ਪੁਰਖ ਨੂੰ ਮਿਲਦੇ ਇਹ ਆਦਤ ਦਿੰਦਿਆਂ ਬੁਰੀ ਆਦਤ ਉਸ ਦੀ ਅੱਛੀ ਆਦਤ, ਉਸ ਦੀ ਸ਼੍ਰੀਮਤ ਅਤੇ ਗੁਰਮਤ ਲੈਣੀ ਹੈ। ਫਿਰ ਮੈਂ ਬਾਹਰਲੀ ਤੌਰ 'ਤੇ ਵੀ ਫਿਰ ਆਪਾਂ ਆਟੋਮੈਟਿਕਲੀ ਲਵਿੰਗ ਹੋ ਜਾਵਾਂਗੇ, ਅਤੇ ਸੌਰੀ ਕਹਾਂਗੇ, ਅਤੇ ਸੌਰੀ ਨੂੰ ਮੀਨ ਕਰਾਂਗੇ ਕਿ ਮੇਰੀ ਇੰਟੈਂਸ਼ਨ ਅੱਛੀ ਸੀ ਪਰ ਤੁਹਾਡਾ ਦਿਲ ਦੁਖਿਆ, ਇਹ ਗਲਤ ਹੋ ਗਿਆ। ਇੰਟੈਂਸ਼ਨ ਸਹੀ ਹੋਵੇ ਪਰ ਉਸ ਦੀ ਦਿਲ 'ਤੇ ਦੁਖਿਆ ਨਾ, ਅਤੇ ਫਿਰ ਮੈਂ ਸਹੀ ਕਿਵੇਂ ਹੋਇਆ, ਉਹ 100% ਫਿਰ ਸਹੀ ਨਹੀਂ ਨਾ ਹੋਇਆ। ਇਹ ਫਿਰ ਆਪਾਂ ਅਕਾਲ ਪੁਰਖ ਨਾਲ ਮਿਲ ਕੇ ਹੀ ਇਹ ਸਾਰਾ ਕੁਝ ਗਹਿਰਾਈ ਵਿੱਚ ਫੀਲ ਕਰ ਸਕਦੇ, ਨਹੀਂ ਤਾਂ ਨਹੀਂ ਕਰ ਸਕਦੇ। ਜਿੰਨਾ ਚਿਰ ਰੱਬ ਦੇ ਨਾਲ ਮਿਲਾਂਗੇ ਨਹੀਂ ਓਨਾ ਚਿਰ ਸਾਨੂੰ ਕੁਛ ਨਹੀਂ ਪਤਾ। ਸ਼ੁਕਰ ਹੈ ਆਪ ਜੀ ਦੇ ਨਾਲ ਅਸਾਂ ਇੰਨਾ ਖੋਜ ਕਰ ਰਹੇ ਹਾਂ। ਥੈਂਕ ਯੂ। ਫਿਰ ਮਿਲਾਂਗੇ। ਓਮ ਸ਼ਾਂਤੀ। ਸਤਿ ਸ਼੍ਰੀ ਅਕਾਲ।